इस समय हरचरण ग्रोवर जी जुड़ चुके ने CPA ते CA ने और ਵੱਖ-ਵੱਖ ਸਮੇਂ ਦੇ ਉੱਤੇ ਸਾਨੂੰ ਕਾਫੀ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ। ਅੱਜ ਦੋ ਤਿੰਨ ਮਸਲੇ ਨੇ ਜਿਹੜੇ ਇਹਨਾਂ ਦੇ ਨਾਲ ਵਿਚਾਰੇ ਜਾਣੇ ਨੇ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ। ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਡਿਸਕਸ ਕਰਾਂਗਾ ਥੋੜ੍ਹਾ ਜਿਹਾ ਜਿਹੜਾ $40,000 ਦਾ ਲੋਨ ਦੇ ਰਹੀ ਸੀ ਗਵਰਨਮੈਂਟ, ਉਹਦੇ ਲਈ ਹਾਲੇ ਵੀ ਬਹੁਤ ਸਾਰੇ ਲੋਕ ਅਪਲਾਈ ਕਰ ਰਹੇ ਨੇ ਤੇ ਲੋਕਾਂ ਨੂੰ ਮਿਲ ਰਿਹਾ ਵਾ। ਸੋ ਇਹਦਾ ਥੋੜ੍ਹਾ ਜਿਹਾ ਡਿਟੇਲ ਦਿਓ, ਖਾਸ ਤੌਰ ਦੇ ਉੱਤੇ ਸਾਡੇ ਟਰੱਕਿੰਗ ਇੰਡਸਟਰੀ ਦੇ ਵਿੱਚ ਨੇ ਜਿਹੜੇ ਓਨਰ ਆਪਰੇਟਰਸ ਨੇ ਜਾਂ ਫਿਰ ਜਿਨ੍ਹਾਂ ਦੀਆਂ ਕੰਪਨੀਆਂ ਖੁਲਾਈਆਂ ਹੋਈਆਂ ਨੇ, ਉਹ ਵੀ ਬਹੁਤ ਅਪਲਾਈ ਕਰਦੇ ਨੇ ਤੇ ਹੋਰ ਵੀ ਜਿਹੜੇ ਬਿਜ਼ਨਸ ਵਾਲੇ ਨੇ ਉਹ ਵੀ ਬਹੁਤ ਅਪਲਾਈ ਕਰਦੇ ਨੇ। ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ ਕਿ ਲੇਟੈਸਟ ਇਸ ਸਮੇਂ ਇਸ ਲੋਨ ਦੇ ਬਾਰੇ 'ਚ ਕੀ ਚੱਲਿਆ। ਜੀ ਜਗਦੀਸ਼ ਜੀ, ਜੇ ਮੈਂ ਦੱਸਾਂ ਜੀ, 40,000 ਵਾਲਾ ਜਿਹੜਾ ਲੋਨ ਸੀ, ਜਿਹਦੀ ਕਿ ਓਰੀਜਨਲ ਕੰਡੀਸ਼ਨ ਜਦੋਂ ਇਹ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੇ ਰਿਸਟ੍ਰਿਕਸ਼ਨ ਰੱਖੀ ਸੀ ਕਿ ਤੁਹਾਡਾ ਪੇਰੋਲ 50,000 ਦਾ ਹੋਣਾ ਚਾਹੀਦਾ ਮਿਨੀਮਮ ਜੀ। ਬਟ ਬਾਅਦ ਚੋਂ ਫਿਰ ਉਹਨਾਂ ਨੇ ਉਹਨੂੰ ਚੇਂਜ ਕਰਕੇ ਪੇਰੋਲ ਦੀ ਅਮਾਊਂਟ 20,000 ਦੀ ਕਰਤੀ ਸੀ ਕਿ ਜਿਹਦੇ ਕੋਲ ਵੀ ਅਗਰ 20,000 ਦਾ ਮਿਨੀਮਮ ਪੇਰੋਲ ਹੈਗਾ ਤੇ ਉਹ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਲੇਕਿਨ ਹੁਣ ਜਿਹੜੀ ਤਾਜ਼ਾ ਜਿਹੜੀ ਕਰੰਟ ਸਿਚੁਏਸ਼ਨ ਇਹ ਹੈਗੀ ਹੈ ਕਿ ਹੁਣ ਤੁਹਾਨੂੰ ਈਵਨ 20,000 ਦੇ ਪੇਰੋਲ ਦੀ ਵੀ ਜ਼ਰੂਰਤ ਨਹੀਂ ਹੈਗੀ ਉਸ ਲੋਨ ਨੂੰ ਅਪਲਾਈ ਕਰਨ ਦੇ ਲਈ ਜੀ। ਤੇ ਉਹਦੇ ਵਿੱਚ ਹੋਰ ਵੀ ਉਹਨਾਂ ਨੇ ਬਹੁਤ ਹੀ ਜ਼ਿਆਦਾ, ਕਿਉਂਕਿ ਕਾਫੀ ਜ਼ਿਆਦਾ ਇੰਡਸਟਰੀ ਵੱਲੋਂ ਜਿਹੜਾ ਸੀ ਉਹਦਾ ਪ੍ਰੈਸ਼ਰ ਸੀ ਬਿਜ਼ਨਸਿਸ ਦਾ ਕਿ ਵੀ ਉਹਨੂੰ ਜਿਹੜਾ ਹੈ ਕਾਫੀ ਲੋਕ ਹਲੇ ਵੀ ਉਹਨੂੰ ਨਹੀਂ ਕਲੇਮ ਕਰ ਪਾ ਰਹੇ ਸੀ। ਤੇ ਉਹਨਾਂ ਨੇ ਹੁਣ ਕੀ ਕੀਤਾ ਕਿ ਈਵਨ ਜਿਹੜੇ ਸੋਲ ਪ੍ਰੋਪਰਾਈਟਰ ਨੇ ਉਹ ਵੀ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਤੇ ਚਾਹੇ ਉਹ ਓਨਰ ਓਪਰੇਟਰ ਨੇ, ਚਾਹੇ ਉਹ ਸੋਲ ਪ੍ਰੋਪਰਾਈਟਰ ਨੇ ਜਿਹੜੀ ਕਿ ਬਿਜ਼ਨਸ ਇਨਕਮ ਲੈ ਰਹੇ ਨੇ, ਜਾਂ ਇਸ ਤੋਂ ਇਲਾਵਾ ਜਿਹੜੇ ਆਪਣੀ ਫੈਮਿਲੀ ਕਾਰਪੋਰੇਸ਼ਨ ਰਨ ਕਰਦੇ ਸੀ ਔਰ ਉਹਨਾਂ ਦਾ ਪੇਰੋਲ ਨਹੀਂ ਸੀ ਬਲਕਿ ਉਹ ਰੈਮੂਨਰੇਸ਼ਨ ਜਿਵੇਂ ਆਪਣਾ ਡਿਵੀਡੈਂਡ ਦੇ ਥਰੂ ਅਗਰ ਉਹ ਕੱਢਦੇ ਸੀ ਕੋਈ ਪੈਸਾ, ਤਾਂ ਉਹ ਵੀ ਹੁਣ ਇਸ ਲੋਨ ਦੇ ਲਈ ਜਿਹੜਾ ਹੈਗਾ ਉਹ ਐਲੀਜੀਬਲ ਹੈਗੇ ਆ ਜੀ। ਔਰ ਜਿੱਥੋਂ ਤੱਕ ਆਪਣੀ ਟਰੱਕਿੰਗ ਕੰਪਨੀ ਦਾ ਸੰਬੰਧ ਹੈਗਾ ਜੀ, ਕਾਫੀ ਸਾਰੇ ਫੋਨ ਕਾਲ ਆਉਂਦੇ ਆ ਇਸ ਇਸ਼ੂ ਦੇ ਉੱਤੇ ਔਰ ਕਾਫੀ ਸਾਰੇ ਹਲੇ ਵੀ ਲੋਕੀ ਜਿਹੜੇ ਹੈ ਇਸ ਚੀਜ਼ ਨੂੰ ਅਪਲਾਈ ਕਰ ਰਹੇ ਹੈਗੇ ਆ। ਔਰ ਉਹ ਸਪੈਸ਼ਲੀ ਉਹ ਲੋਕ ਜਿਹੜੇ ਕਿ ਸਿਰਫ ਡਰਾਈਵਰ ਹੈਗੇ ਆ ਜਿਨ੍ਹਾਂ ਕੋਲ ਕੰਪਨੀ ਹੈਗੀ ਹੈ, ਜਾਂ ਈਵਨ ਤੁਹਾਨੂੰ ਕੰਪਨੀ ਦੀ ਵੀ ਹੁਣ ਕੋਈ ਲੋੜ ਨਹੀਂ ਹੈਗੀ ਐਕਚੁਅਲੀ, ਐਜ਼ ਲੌਂਗ ਐਜ਼ ਤੁਹਾਡੇ ਕੋਲ ਅਗਰ ਬਿਜ਼ਨਸ ਅਕਾਊਂਟ ਹੈਗਾ ਤੇ ਤੁਸੀਂ ਇਸ ਲੋਨ ਨੂੰ ਅਪਲਾਈ ਕਰ ਸਕਦੇ ਹੈਗੇ ਹੋ, ਕੋਈ ਦਿੱਕਤ ਨਹੀਂ। ਲੇਕਿਨ ਪ੍ਰੋਬਲਮ ਕਿੱਥੇ ਆ ਰਹੀ ਹੈ? ਪ੍ਰੋਬਲਮ ਇੱਥੇ ਆ ਰਹੀ ਹੈ ਜਗਦੀਸ਼ ਜੀ ਕਿ ਜਿਵੇਂ ਹੁਣ ਸਪੋਜ਼ ਮੈਂ ਅਗਰ ਐਜ਼ ਏ ਡਰਾਈਵਰ ਕੰਮ ਕਰ ਰਿਹਾ ਹੈਗਾ, ਹੁਣ ਮੇਰੇ ਕੋਲ ਕੋਈ ਹੋਰ ਖਰਚੇ ਤਾਂ ਹੈ ਨਹੀਂ ਐਕਚੁਅਲੀ ਜੀ, ਕਿ ਮੇਰੇ ਕੋਲ ਸਿਰਫ ਇੱਕ ਪੇ ਸਟੱਬ ਮੇਰਾ ਆਣਾ ਹੈਗਾ, ਉਹੀ ਪੇ ਸਟੱਬ ਜਿਹੜਾ ਹੈਗਾ ਮੈਂ ਆਪਣੀ ਚੈੱਕ ਜਿਹੜਾ ਆਪਣਾ ਮੈਂ ਬੈਂਕ ਵਿੱਚ ਜਮ੍ਹਾਂ ਕਰਾ ਦੇਣਾ ਜਾਂ ਮੇਰੇ ਡਾਇਰੈਕਟ ਡਿਪੋਜ਼ਿਟ ਸਿੱਧਾ ਮੇਰੇ ਬੈਂਕ ਵਿੱਚ ਚਲਾ ਜਾਣਾ ਹੈਗਾ। ਹੁਣ ਮੈਂ ਲੋਨ ਦੇ ਲਈ ਤੇ ਅਪਲਾਈ ਕਰ ਦਿੱਤਾ, ਕਿਉਂਕਿ ਜਦੋਂ ਮੈਂ ਲੋਨ ਦੇ ਲਈ ਅਪਲਾਈ ਕੀਤਾ ਗਵਰਨਮੈਂਟ ਨੇ ਕੁਝ ਚੈੱਕ ਨਹੀਂ ਕੀਤਾ, ਉਹਨਾਂ ਨੇ ਸਿਰਫ ਬੇਸਿਕਲੀ ਤੁਸੀਂ ਇੱਕ ਅਟੈਸਟੇਸ਼ਨ ਕਰਕੇ ਦੇ ਦਿੱਤੀ ਹੈਗੀ ਹੈ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਅੰਦਰ ਇੱਕ ਸਰਵੇ ਜਾਂ ਭੇਜਿਆ ਜਾਏਗਾ, ਤੁਸੀਂ ਉਸ ਸਰਵੇ ਨੂੰ ਸਿਰਫ ਫਿਲ ਕਰਕੇ ਉਹਨਾਂ ਨੂੰ ਦੇਣਾ ਹੈਗਾ। ਉਸ ਸਰਵੇ ਦੇ ਅੰਦਰ ਕੁਝ ਕੁਐਸਚਨ ਹੋਣਗੇ ਤੇ ਉਸ ਸਰਵੇ ਦੇ ਬਾਰੇ ਇਹ ਵੀ ਹੈਗਾ ਕਿ ਕਈ ਲੋਕਾਂ ਨੂੰ ਇੰਟਰਵਿਊ ਸਮਝ ਰਹੇ ਹੈਗੇ, ਐਸਾ ਇੰਟਰਵਿਊ ਨਹੀਂ ਹੈਗਾ, ਇੱਕ ਸਿੰਪਲ ਸਰਵੇ ਹੀ ਉਹਨਾਂ ਨੇ ਭੇਜਣਾ ਹੈਗਾ ਜੀ। ਲੇਕਿਨ ਪ੍ਰੋਬਲਮ ਇਹ ਹੈਗੀ ਹੈ ਕਿ ਮੇਰਾ ਜਿਹੜਾ ਪੇਜ ਤੇ ਮੇਰੇ ਚੈੱਕ ਅਕਾਊਂਟ ਉਹਦੇ ਬੈਂਕ ਵਿੱਚ ਜਾ ਰਿਹਾ ਹੈਗਾ, ਉਹ ਰੈਗੂਲਰ ਜਿਹੜਾ ਹੈਗਾ ਮੇਰੀ ਕੋਈ ਹੋਰ ਉਹਦੇ 'ਚੋਂ ਕੋਈ ਐਕਸਪੈਂਸਿਸ ਨਹੀਂ ਜਾ ਰਹੇ, ਮੇਰੀ ਇਨਕਮ ਆ ਰਹੀ ਹੈ ਜਾਂ ਜ਼ਿਆਦਾ ਤੋਂ ਜ਼ਿਆਦਾ ਮੈਂ ਆਪਣੀ ਉਹਦੇ 'ਚੋਂ ਸੈਲਰੀ ਹੀ ਕੱਢ ਸਕਦਾ ਹੈਗਾ, ਜਿਹੜੇ ਲੋਕ ਸੈਲਰੀ ਕੱਢਦੇ ਨੇ ਤੇ ਜੀ। ਲੇਕਿਨ ਹੁਣ ਜਿਹੜੀ ਲੋਨ ਦੀ ਮੇਜਰ ਰਿਕੁਆਇਰਮੈਂਟ ਹੈਗੀ ਹੈ ਉਹ ਹੈਗੀ ਕਿ ਤੁਹਾਡੇ ਨਾਨ ਡਿਫਰਲ ਐਕਸਪੈਂਸਿਸ ਹੋਣੇ ਚਾਹੀਦੇ ਆ ਮਿਨੀਮਮ 40,000 ਦੇ ਜੀ। ਜੋ 40,000 ਦੇ ਅੰਦਰ ਤੋਂ ਤੁਸੀਂ ਰੈਂਟ ਪੇ ਕਰ ਰਹੇ ਹੋਣੇ ਚਾਹੀਦੇ ਹੋ, ਜਾਂ ਤੁਸੀਂ ਕੋਈ ਯੂਟਿਲਿਟੀ ਪੇ ਕਰ ਰਹੇ ਹੋਣੇ ਚਾਹੀਦੇ ਹੋ, ਜਾਂ ਤੁਸੀਂ ਕੋਈ ਇੰਸ਼ੋਰੈਂਸ ਪੇ ਹੋ ਰਹੇ ਚਾਹੀਦੇ ਆ, ਜਾਂ ਤੁਸੀਂ ਕੋਈ ਪ੍ਰੋਪਰਟੀ ਟੈਕਸ ਪੇ ਕੀਤਾ ਹੈਗਾ, ਜਾਂ ਕੋਈ ਟੈਲੀਫੋਨ ਜਾਂ ਉਸ ਟਾਈਪ ਦੇ ਆਫਿਸ ਦੇ ਬਿੱਲ ਵਗੈਰਾ ਜਿਹੜੇ ਆ ਤੁਸੀਂ ਪੇ ਕਰ ਰਹੇ ਹੈਗੇ ਹੋ। ਜਿਹੜੀ ਉਹਦੇ ਵਿੱਚ ਕੰਡੀਸ਼ਨ ਇੱਕ ਹੋਰ ਹੈਗੀ ਹੈ ਕਿ ਤੁਸੀਂ ਰਿਲੇਟਿਡ ਪਰਸਨ ਨੂੰ ਸੈਲਰੀ ਨਹੀਂ ਦੇ ਸਕਦੇ, ਜਾਂ ਤੁਸੀਂ ਆਪਣੇ ਓਨਰ ਦੀ ਜਿਹੜੀ ਸੈਲਰੀ ਹੈਗੀ ਹੈ ਉਹ ਤੁਸੀਂ ਨਹੀਂ ਡਿਸਟਰੀਬਿਊਟ ਕਰ ਸਕਦੇ, ਜਾਂ ਤੁਸੀਂ ਉਹਨੂੰ ਐਕਸਪੈਂਡ ਜਾਂ ਉਹਨੂੰ ਇਨਕਰੀਜ਼ ਨਹੀਂ ਕਰ ਸਕਦੇ ਐਕਚੁਅਲੀ ਜੀ। ਹੁਣ ਇਹਦੇ ਵਿੱਚ ਪ੍ਰੋਬਲਮ ਕੀ ਆਣੀ ਹੈ ਕਿ ਜਿਹੜੇ ਵੀ ਲੋਕ ਅਪਲਾਈ ਤਾਂ ਕਰ ਰਹੇ ਨੇ, ਜਿਹੜੇ ਸਪੈਸ਼ਲੀ ਡਰਾਈਵਰ ਜਿਹੜੇ ਹੈਗੇ ਆ ਜਿਨ੍ਹਾਂ ਨੇ ਕਾਰਪੋਰੇਸ਼ਨ ਦੇ ਥਰੂ ਜਾਂ ਵੈਸੇ ਹੀ ਅਗਰ ਲੋਨ ਨੂੰ ਅਪਲਾਈ ਕੀਤਾ ਹੈਗਾ, ਉਹਨਾਂ ਨੂੰ ਪੈਸਾ ਤਾਂ ਮਿਲ ਗਿਆ ਇਮੀਡੀਏਟਲੀ, ਹਫਤੇ ਦੇ ਅੰਦਰ 40,000 ਆ ਜਾਂਦਾ ਉਹਨਾਂ ਦੇ ਅਕਾਊਂਟ ਵਿੱਚ ਜੀ। ਲੇਕਿਨ ਪ੍ਰੋਬਲਮ ਆਣੀ ਹੈ ਉਹਨਾਂ ਨੂੰ ਕਿ ਜਦੋਂ ਉਹ ਕੁਐਸਚਨਰ ਆਣਾ ਹੈ, ਕੁਐਸਚਨਰ ਦੇ ਅੰਦਰ ਉਹ ਕਾਫੀ ਸਾਰੀ ਡਿਟੇਲ ਉਹਨਾਂ ਨੇ ਪੁੱਛਣੀ ਹੈਗੀ ਹੈ, ਤੇ ਇਹਦੇ ਵਿੱਚ ਕੀ ਹੈਗਾ ਕਿ ਉਹਨਾਂ ਦਾ ਰਿਸਕ ਜਿਹੜਾ ਹੈਗਾ
40,000 ਦੇ ਲੈਣ ਦੇ ਨਾਲ ਤੁਹਾਡੀ ਆਡਿਟ ਆਉਣ ਦੇ ਚਾਂਸਿਸ ਜਿਹੜੇ ਹੈਗੇ ਆ ਨਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੇ ਆ ਕਿ ਜਦੋਂ ਉਹਨਾਂ ਨੇ ਚੈੱਕ ਕਰਨਾ ਹੈ ਤੁਹਾਡੇ ਹੋਰ ਜਿਹੜੇ ਖਰਚੇ ਵੀ ਹੈਗੇ ਆ ਜਿਹੜੇ ਕਿ ਅਲਾਉਡ ਨਹੀਂ ਹੈਗੇ ਤੁਹਾਡੇ ਕੇਸ ਦੇ ਅੰਦਰ ਉਹ ਸਪੋਜ਼ ਹੋ ਸਕਦੇ ਹੈਗੇ, ਉਹਦੇ ਵਿੱਚ ਤੁਹਾਡਾ ਰਿਸਕ ਹੈਗਾ ਜੀ। ਡੈਫੀਨੇਟਲੀ ਬੈਨੀਫਿਟ ਹੈਗਾ, ਲੋਕਾਂ ਨੂੰ ਕੈਪੀਟਲ ਮਿਲ ਰਹੀ ਹੈ ਕਿਉਂਕਿ ਉਹ ਪੈਸਾ ਆ ਰਿਹਾ ਉਹਨਾਂ ਦੇ ਬੈਂਕ ਅਕਾਊਂਟ ਦੇ ਅੰਦਰ। ਹੋ ਸਕਦਾ ਮੋਸਟ ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਮੈਨੂੰ ਇਹ ਵੀ ਡਿਸਕਸ ਕਰ ਰਹੇ ਕਿ ਅਸੀਂ ਹੁਣ ਨਵਾਂ ਟਰੱਕ ਲੈ ਲੈਣਾ ਕਿਉਂਕਿ ਸਾਡੇ ਕੋਲ ਪੈਸੇ ਹੈਗੇ ਬੈਂਕ ਅਕਾਊਂਟ। ਲੇਕਿਨ ਉਹਨਾਂ ਨੂੰ ਜਿਹੜੇ ਹੈਗੇ ਆ ਇਸ ਚੀਜ਼ ਦਾ ਰਿਸਕ ਵੀ ਥੋੜਾ ਆਇਡੈਂਟੀਫਾਈ ਕਰਨਾ ਚਾਹੀਦਾ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਵਿੱਚ ਕੀ ਤੁਹਾਨੂੰ ਜਿਹੜਾ ਉਸ ਚੀਜ਼ ਦਾ ਨੁਕਸਾਨ ਹੋਏਗਾ। ਹਾਲਾਂਕਿ 10,000 ਹੀ 40,000 ਚ ਤੁਹਾਨੂੰ ਜਿਹੜਾ ਵੇਵ ਹੋਣਾ ਹੈ, ਬਾਕੀ 30,000 ਤੁਸੀਂ ਮੋੜਨਾ ਹੈਗਾ, ਵਾਪਸ ਦੇਣਾ ਹੈਗਾ ਜੀ। ਲੇਕਿਨ ਉਹ 10,000 ਦੇ ਵਿੱਚ ਅਗਰ ਆਡਿਟ ਆ ਜਾਂਦੀ ਹੈ ਤਾਂ ਤੁਹਾਡੇ ਜਿਹੜੀ ਹੈ ਜ਼ਿਆਦਾ ਪ੍ਰੋਬਲਮ ਹੋਣੀ ਹੈ ਉਹਦੇ ਵਿੱਚ। ਹੁਣ ਜਿਹੜਾ ਹੈਗਾ ਸਕੋਸ਼ੀਆ ਬੈਂਕ ਵਗੈਰਾ ਜਾਂ ਹੋਰ ਬੈਂਕਾਂ ਨੇ ਉਹਦੀ ਜਿਹੜੀ ਨਵੀਆਂ ਐਪਲੀਕੇਸ਼ਨ ਨੇ ਉਹ ਵੀ ਐਕਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਜੀ। ਆਲਰਾਈਟ, ਔਰ ਇਹਦੇ ਨਾਲ ਦੱਸਿਏ ਕਿ ਅਗਰ ਇਸ ਮੁੱਦੇ ਉੱਤੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਜ਼ਰੂਰ ਤੁਸੀਂ ਗਰੋਵਰ ਸਾਹਿਬ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ। 905 247 0193 ਇਹਨਾਂ ਨੰਬਰ ਹੈ, 9052470193। ਔਰ ਗਰੋਵਰ ਸਾਹਿਬ ਦੂਸਰਾ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਕਿ ਜਿਹੜੇ ਸਾਡੇ ਬਜ਼ੁਰਗ ਜਿਹੜੇ ਪੈਨਸ਼ਨ ਦੇ ਉੱਤੇ ਨੇ ਉਹ ਇੰਡੀਆ ਗਏ ਹੋਏ ਨੇ ਅਤੇ 6 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ, ਫਲਾਈਟ ਨਾ ਮਿਲਣ ਕਾਰਨ ਉੱਥੇ ਉਹ ਸਟਕ ਨੇ ਅਤੇ ਇੱਥੇ ਵਾਪਸ ਨਹੀਂ ਆਏਗੇ। ਕੀ ਜਿਹੜੀ ਪਹਿਲਾਂ ਵਾਲੀ ਗੱਲ ਹੈ ਕਿ 6 ਮਹੀਨੇ ਅਗਰ ਆਊਟ ਆਫ ਕੰਟਰੀ ਰਹਿ ਜਾਂਦੇ ਆ ਪੈਨਸ਼ਨ ਬੰਦ ਹੋ ਜਾਂਦੀ ਹੈ, ਅਤੇ ਕੀ ਉਹਨਾਂ ਦੇ ਲਈ ਕੀ ਇਸ ਸਮੇਂ ਗਵਰਨਮੈਂਟ ਕਰ ਰਹੀ ਹੈ? ਕੀ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਉਹ ਬੰਦ ਹੋ ਜਾਵੇਗੀ ਜਾਂ ਫਿਰ ਕੁਛ ਹੋਰ ਉਹਦੇ ਚੇਂਜਸ ਹੋਣਗੀਆਂ, ਜਾਂ ਕੀ ਉਹਦਾ ਇਸ ਸਮੇਂ ਲੇਟੈਸਟ ਸਿਨੈਰੀਓ ਕੀ ਹੈ? ਜੀ ਜਗਦੀਸ਼ ਜੀ, ਜਿਹੜੀ ਇਹ ਸਿਚੁਏਸ਼ਨ ਹੈਗੀ ਹੁਣ ਜਿਹੜੇ ਲੋਕ ਸਟਕ ਹੋ ਗਏ ਨੇ ਐਕਚੁਅਲੀ ਉਹ ਕਿਸੇ ਤਰੀਕੇ ਦੇ ਨਾਲ ਆਪਣੀ ਟੈਕਸ ਰਿਟਰਨ ਜਿਹੜੇ ਨਹੀਂ ਫਾਈਲ ਕਰ ਰਹੇ। ਜਿਵੇਂ ਸਾਨੂੰ ਪਤਾ ਕਿ ਟੈਕਸ ਰਿਟਰਨ ਦੀ ਜਿਹੜੀ ਓਫੀਸ਼ੀਅਲ ਡਿਊ ਡੇਟ ਸੀ ਉਹ 1 ਜੂਨ ਨੂੰ ਸੀ, ਜਾਂ ਜਿਹੜੇ ਬਿਜ਼ਨਸ ਸੀ ਸੋਲ ਪ੍ਰੋਪਰਾਈਟਰ ਸੀ ਉਹਨਾਂ ਦੀ 15 ਜੂਨ ਨੂੰ ਸੀ। ਲੇਕਿਨ ਗਵਰਨਮੈਂਟ ਨੇ ਇੱਥੇ ਕਿਹਾ ਹੈਗਾ ਹੈ ਕਿ ਵੀ ਅਗਰ ਤੁਸੀਂ ਕਿਸੇ ਰੀਜ਼ਨ ਦੇ ਕਰਕੇ ਆਪਣੀ ਟੈਕਸ ਰਿਟਰਨ ਅਗਰ ਨਹੀਂ ਵੀ ਫਾਈਲ ਕਰ ਪਾ ਰਹੇ ਹੈਗੇ ਹੋ ਜੀ, ਤਾਂ ਉਹਦੇ ਵਿੱਚ ਕੀ ਹੈਗਾ ਕਿ ਤੁਹਾਡੇ ਬੈਨੀਫਿਟ ਦੇ ਉੱਤੇ ਇਸ ਟਾਈਮ ਦੇ ਉੱਤੇ ਕੋਈ ਇੰਪੈਕਟ ਨਹੀਂ ਆਏਗਾ। ਸਪੈਸ਼ਲੀ ਜਿਹੜਾ ਕੁਆਟਰ ਜੁਲਾਈ ਤੋਂ ਸ਼ੁਰੂ ਹੁੰਦਾ ਹੈਗਾ, ਜੁਲਾਈ ਤੋਂ ਜਿਹੜੇ ਬੈਨੀਫਿਟ ਉਹ ਰੀਅਸੈਸ ਕਰਦੇ ਹੈਗੇ ਸਾਰੇ, ਉਹ ਜੁਲਾਈ ਦੇ ਬੈਨੀਫਿਟ ਜਿਹੜੇ ਹੈਗੇ ਆ ਪਿਛਲੇ ਸਾਲ ਦੀ ਰਿਟਰਨ, ਯਾਨੀ ਕਿ ਅਗਰ 2020 ਦੀ ਜੁਲਾਈ ਦੇ ਜਿਹੜੇ ਬੈਨੀਫਿਟ ਸਟਾਰਟ ਕਰਨੇ ਸੀ ਉਹਨਾਂ ਨੇ, ਉਹ 2019 ਦੀ ਟੈਕਸ ਰਿਟਰਨ ਦੇ ਬੇਸ ਦੇ ਉੱਤੇ ਕਰਦੇ ਹੈਗੇ ਜੀ। ਲੇਕਿਨ ਗਵਰਨਮੈਂਟ ਦਾ ਕਹਿਣਾ ਹੈ ਕਿ ਅਗਰ ਆਪਣੀ ਟੈਕਸ ਰਿਟਰਨ ਫਾਈਲ ਕਰ ਸਕਦੇ ਹੈਗੇ ਤਾਂ ਵੈਲ ਐਂਡ ਗੁੱਡ। ਅਗਰ ਤੁਸੀਂ ਆਪਣੀ ਟੈਕਸ ਰਿਟਰਨ ਨਹੀਂ ਫਾਈਲ ਕਰ ਸਕਦੇ, ਹਾਲਾਂਕਿ ਉਹਨਾਂ ਨੇ ਇਸ ਚੀਜ਼ ਦੇ ਉੱਤੇ ਇੱਕ ਹੋਰ ਚੀਜ਼ ਉਹਨਾਂ ਨੇ ਅਲਾਉ ਕੀਤਾ ਕਿ ਤੁਸੀਂ ਇਸ ਟਾਈਮ ਇਲੈਕਟ੍ਰੋਨਿਕ ਸਿਗਨੇਚਰ ਕਰਕੇ ਵੀ ਆਪਣੀ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ। ਅਗਰ ਜਿਹੜੇ ਲੋਕ ਅਗਰ ਇੰਡੀਆ ਵਿੱਚ ਵੀ ਸਟਕ ਨੇ ਤੇ ਉਹ ਅਗਰ ਆਪਣੇ ਅਕਾਊਂਟੈਂਟ ਦੇ ਨਾਲ ਕੰਟੈਕਟ ਕਰਨ ਤੇ ਉਹਨਾਂ ਨੂੰ ਆਪਣੀ ਟੈਕਸ ਰਿਟਰਨ ਉਧਰ ਇਲੈਕਟ੍ਰੋਨਿਕਲੀ ਸਾਈਨ ਕਰਕੇ ਭੇਜ ਦੇਣ ਤੇ ਉਹ ਵੀ ਬੈਟਰ ਹੈਗਾ ਉਹਨਾਂ ਦੇ ਲਈ। ਲੇਕਿਨ ਜੋ ਮੈਂ ਅਗਰ ਵਾਪਿਸ ਮੈਂ ਆਪਣੇ ਪੁਆਇੰਟ ਤੇ ਆਵਾਂ ਜੀ ਕਿ ਜਿਹੜੇ ਰਿਟਰਨ ਨਹੀਂ ਫਾਈਲ ਕਰ ਪਾ ਰਹੇ ਉਹ ਰਿਟਰਨ ਦਾ ਗਵਰਨਮੈਂਟ ਨੇ ਇਹ ਕਿਹਾ ਹੈਗਾ ਕਿ ਤੁਹਾਡੇ ਬੈਨੀਫਿਟ ਦੇ ਉੱਤੇ ਕੋਈ ਇੰਪੈਕਟ ਨਹੀਂ ਆਏਗਾ। ਜਿਹੜਾ ਪਹਿਲਾ ਕੁਆਟਰ ਹੈਗਾ ਤੁਹਾਡਾ ਜੁਲਾਈ ਤੋਂ ਸਤੰਬਰ ਤੱਕ ਦਾ, ਉਹਦੇ ਵਿੱਚ ਤੁਹਾਡੇ ਬੈਨੀਫਿਟ ਦੇ ਉੱਤੇ ਕੋਈ ਚੇਂਜ ਨਹੀਂ ਆਏਗਾ, ਬਲਕਿ ਤੁਹਾਡੇ ਜਿਹੜੇ ਬੈਨੀਫਿਟ 2018 ਦੀ ਟੈਕਸ ਰਿਟਰਨ ਦੇ ਬੇਸ ਦੇ ਉੱਤੇ ਕੈਲਕੂਲੇਟ ਕਰਕੇ ਦਿੱਤੇ ਜਾ ਰਹੇ ਸੀ ਉਹੀ ਬੈਨੀਫਿਟ ਤੁਹਾਨੂੰ ਮਿਲਣਗੇ। ਲੇਕਿਨ ਜਿਵੇਂ ਹੀ ਅਕਤੂਬਰ ਦਾ ਕੁਆਟਰ ਆਏਗਾ, ਅਕਤੂਬਰ ਤੱਕ ਤੁਹਾਨੂੰ ਜਿਹੜਾ ਹੈਗਾ ਉਹ ਸਾਰਾ ਕੁਝ ਆਪਣੀ ਟੈਕਸ ਰਿਟਰਨ ਵਗੈਰਾ ਫਾਈਲ ਕਰਨੀ ਪੈਣੀ ਹੈ। ਅਕਤੂਬਰ ਦੇ ਉੱਤੇ ਅਗਰ ਤੁਹਾਡੇ ਬੈਨੀਫਿਟ ਪਲੱਸ ਜਾਂ ਮਾਈਨਸ ਜੋ ਵੀ ਐਡਜਸਟਮੈਂਟ ਹੋਏਗੀ ਉਹ ਅਕਤੂਬਰ ਵਾਲੇ ਪੀਰੀਅਡ ਦੇ ਅੰਦਰ ਉਹਨਾਂ ਨੇ ਉਸ ਐਡਜਸਟਮੈਂਟ ਨੂੰ ਕਰਨਾ ਹੈਗਾ। ਜਿੱਥੇ ਤੱਕ ਕੁਐਸਚਨ ਹੈਗਾ ਕਿ ਵੀ ਕੀ ਉਹਨਾਂ ਦੀ ਪੈਨਸ਼ਨ ਬੰਦ ਹੋ ਜਾਏਗੀ ਜੀ ਅਗਰ ਉਹ ਇੰਡੀਆ ਵਿੱਚ ਸਟਕ ਹੈਗੇ, ਤੇ ਮੈਂ ਤਾਂ ਇਹੀ ਕਹਾਂਗਾ ਕਿ ਜੇ ਉਹਨਾਂ ਦਾ ਕੋਈ ਵੀ ਰਿਲੇਟਿਵ ਅਗਰ ਉਹ ਸਰਵਿਸ ਕੈਨੇਡਾ ਨੂੰ ਸਿਰਫ ਇਨਫੋਰਮ ਕਰ ਸਕਣ ਉੱਥੋਂ ਦੀ, ਜਾਂ ਕੋਈ ਵੀ ਲੈਟਰ ਵਗੈਰਾ ਭੇਜ ਕੇ ਆਪਣੀ ਸਿਚੁਏਸ਼ਨ ਦੇ ਬਾਰੇ ਉਹ ਦੱਸ ਦੇਣ ਸਰਵਿਸ ਕੈਨੇਡਾ ਨੂੰ ਕਿ ਵੀ ਅਸੀਂ ਇਸ ਤਰੀਕੇ ਨਾਲ ਇੱਥੇ ਫਸੇ ਹੋਏ ਹਾਂ, ਇਸ ਲਈ ਅਸੀਂ ਕੈਨੇਡਾ ਵਿੱਚ ਆ ਕੇ ਆਪਣੀ ਟੈਕਸ ਰਿਟਰਨ ਨਹੀਂ ਫਾਈਲ ਕਰ ਪਾ ਰਹੇ, ਤਾਂ ਉਸ ਕਰਕੇ ਜਿਹੜਾ ਹੈਗਾ ਸੀ ਉਹਨਾਂ ਦੇ ਸਿਸਟਮ ਦੇ ਅੰਦਰ ਰੈਕਡ ਵਿੱਚ ਆ ਜਾਏਗਾ, ਤੇ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਉੱਤੇ ਕੋਈ ਪੈਨਸ਼ਨ ਰਿਲੇਟਡ ਕੋਈ ਪ੍ਰੋਬਲਮ ਨਹੀਂ ਆਏਗੀ, ਐਜ਼ ਲੌਂਗ ਐਜ਼ ਕਿ ਉਹਨਾਂ ਨੇ ਅਗਰ ਇਨਫੋਰਮ ਕੀਤਾ ਹੋਇਆ ਉੱਥੇ ਜੀ, ਤੇ ਕੋਈ ਇਸ ਟਾਈਪ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਉਸ ਤੋਂ ਨੈਕਸਟ ਕੁਐਸਚਨ ਜਿਹੜਾ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਹੋਰ ਇਨਫੋਰਮੇਸ਼ਨ ਚਾਹੁੰਦਾ ਕਿ ਜਿਹੜੀ ਰੈਂਟ ਸਬਸਿਡੀ ਦਾ ਪ੍ਰੋਗਰਾਮ ਸੀਗਾ ਇਹਦੇ 'ਚ ਰੀਸੈਂਟਲੀ ਕੁਝ ਚੇਂਜਸ ਕੀਤੀਆਂ ਗਈਆਂ ਨੇ, ਉਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋਗੇ?
ਜੀ ਰੈਂਟ ਸਬਸਿਡੀ ਜਿਹੜੀ ਜੀ ਸਾਨੂੰ ਸਭ ਨੂੰ ਪਤਾ ਹੈ ਕਿ ਪਹਿਲੇ ਗਵਰਨਮੈਂਟ ਨੇ ਕਿਹਾ ਸੀ ਕਿ ਅਪ੍ਰੈਲ ਮਈ ਔਰ ਜੂਨ ਦੇ ਮਹੀਨੇ ਦੇ ਅੰਦਰ ਜਿਹੜੀ ਉਹਨਾਂ ਨੇ ਸਬਸਿਡੀ ਦੇਣੀ ਸੀ, ਕਿ ਜਿਹਦੇ ਵਿੱਚ ਉਹਨਾਂ ਨੇ ਅਰੇਂਜਮੈਂਟ ਇਸ ਟਾਈਪ ਦਾ ਰੱਖਿਆ ਸੀ ਕਿ 50% ਪੋਰਸ਼ਨ ਜਿਹੜਾ ਹੈਗਾ ਉਹ ਲੈਂਡਲॉर्ड ਲੋਨ ਦੇ ਤਰੀਕੇ ਨਾਲ ਕਲੇਮ ਕਰੇਗਾ ਗਵਰਨਮੈਂਟ ਤੋਂ, 25% ਟੈਨੈਂਟ ਦੇਗਾ, 25% ਜਿਹੜਾ ਹੈਗਾ ਉਹ ਲੈਂਡਲॉर्ड ਉਸ ਕਾਸਟ ਨੂੰ ਬੀਅਰ ਕਰੇਗਾ। ਤੇ ਜਿਹੜੇ 3 ਮਹੀਨੇ ਦਾ ਟਾਈਮ ਸੀ ਉਹ ਹੁਣ ਐਕਸਟੈਂਡ ਕਰਕੇ ਉਹਨਾਂ ਨੇ ਜੁਲਾਈ ਵੀ ਉਹਦੇ ਵਿੱਚ ਇਨਕਲੂਡ ਕਰ ਦਿੱਤਾ ਹੈਗਾ ਐਕਚੁਅਲੀ, ਕਿ ਯਾਨੀ ਅਪ ਟੂ ਜੁਲਾਈ ਤੁਹਾਨੂੰ ਰੈਂਟ ਸਬਸਿਡੀ ਜਿਹੜੀ ਆ ਉਹ ਮਿਲੇਗੀ। ਔਰ ਉਹਦੇ ਵਿੱਚ ਐਪਲੀਕੇਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਥਰੂ ਲੈਂਡਲॉर्ड ਹੀ ਹੈਗਾ, ਉਹਦੇ ਵਿੱਚ ਕੋਈ ਚੇਂਜ ਨਹੀਂ ਹੋਗੀ। ਹਾਲਾਂਕਿ ਰੀਸੈਂਟਲੀ ਜਿਹੜਾ ਸਰਵੇ ਇੱਕ ਆਇਆ ਸੀ ਉਹਦੇ ਵਿੱਚ ਓਨਲੀ 20% ਆਫ ਦੀ ਲੈਂਡਲॉर्ड ਨੇ ਹੀ ਐਕਸੈਪਟ ਕੀਤਾ ਸੀ ਕਿ ਅਸੀਂ ਇਸ ਪ੍ਰੋਗਰਾਮ ਨੂੰ ਵੱਲ ਜਾ ਰਹੇ ਹਾਂ ਐਕਚੁਅਲੀ, ਯਾਨੀ ਕਿ 20% ਦਾ ਮਤਲਬ ਹੈਗਾ ਕਿ 1 ਆਊਟ ਆਫ 5 ਜਿਹੜਾ ਹੈਗਾ 5 ਬੰਦਿਆਂ ਵਿੱਚੋਂ ਇੱਕ ਬੰਦੇ ਹੀ ਜਿਹੜਾ ਹੈਗਾ ਉਸ ਵੱਲ ਜਾ ਰਹੇ ਹੈਗੇ। ਲੇਕਿਨ ਇੱਕ ਹੋਰ ਚੈਲੰਜ ਹੈਗਾ ਇਹਦੇ ਵਿੱਚ ਕਿ ਜਿਹੜੇ ਵੀ ਸਬਸਿਡੀ ਵੱਲ ਜਾ ਰਹੇ ਹੈਗੇ, ਜਿਹੜੇ ਤੇ ਬਿਜ਼ਨਸ ਹੁਣ ਸਟਾਰਟ ਹੋ ਗਏ ਹੈਗੇ, ਕਿਉਂਕਿ ਉਹਨਾਂ ਨੂੰ ਇਹ ਪ੍ਰੂਵ ਕਰਨਾ ਹੈਗਾ ਕਿ ਉਹਨਾਂ ਦੀ ਰੈਵਨਿਊ ਜਿਹੜੀ ਹੈਗੀ ਹੈ ਉਹ 70% ਗਿਰੀ ਹੈਗੀ ਹੈ ਪਿਛਲੇ ਪੀਰੀਅਡ ਦੇ ਕੰਪੈਰੀਜ਼ਨ ਦੀ। ਹੁਣ ਜਿਹੜੇ ਬਿਜ਼ਨਸਿਸ ਆਲਰੇਡੀ ਸਟਾਰਟ ਹੋ ਗਏ ਨੇ, ਆਈ ਡੋਂਟ ਥਿੰਕ ਸੋ ਕਿ ਉਹ 70% ਵਾਲਾ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਮੈਟ ਕਰਨਗੇ ਜੁਲਾਈ ਦੇ ਅੰਦਰ, ਯਾਨੀ ਸਬਸਿਡੀ ਦਾ ਅਮਾਊਂਟ ਗਵਰਨਮੈਂਟ ਦੇ ਪੁਆਇੰਟ ਆਫ ਵਿਊ ਨਾਲ ਜਿਹੜਾ ਹੈਗਾ ਸਿਗਨੀਫੀਕੈਂਟਲੀ ਜਿਹੜਾ ਹੈਗਾ ਉਹ ਰਿਡਿਊਸ ਹੋ ਜਾਣਾ ਉਹਦੇ ਵਿੱਚ। ਤੇ ਜਿਹੜੀ 70% ਦੀ ਡਿਕਲਾਈਨ ਹੈਗੀ ਹੈ, ਕਿਉਂਕਿ ਮੈਂ ਸੁਣ ਰਿਹਾ ਹੈਗਾ ਕਾਫੀ ਆਪਣੇ ਬਿਜ਼ਨਸ ਜਾਂ ਕਲਾਇੰਟ ਤੋਂ ਵੀ ਕਿ ਜਿਹੜੇ ਉਹ 70% ਤੋਂ ਆਲਰੇਡੀ ਜਿਹੜਾ ਹੈਗਾ ਉਹਨਾਂ ਦਾ ਕ੍ਰਾਸ ਕਰ ਚੁੱਕਿਆ ਹੈਗਾ। ਔਰ ਈਵਨ ਜੂਨ ਦੇ ਅੰਦਰ ਵੀ ਉਹ ਜਿਹੜੇ ਹੈ ਬੜੇ ਮਤਲਬ ਕਿ ਬਾਰਡਰ ਲਾਈਨ ਦੇ ਉੱਤੇ ਸੀ, ਔਰ ਜੁਲਾਈ ਤੇ ਡੈਫੀਨੇਟਲੀ ਆਈ ਡੋਂਟ ਥਿੰਕ ਸੋ ਕਿ ਇੰਨਾ ਜ਼ਿਆਦਾ ਉਹਨਾਂ ਨੂੰ ਫਰਕ ਪੈਣਾ। ਔਰ ਉਹਦੇ ਨਾਲ ਕੀ ਹੈ ਨਾ ਕਿ ਉਹਨਾਂ ਨੂੰ ਰੈਂਟ ਸਬਸਿਡੀ ਹਾਲਾਂਕਿ ਉਹ ਕਲੇਮ ਕਰਨਗੇ, ਲੇਕਿਨ ਬਾਅਦ ਚੋਂ ਜਦੋਂ ਉਹਨਾਂ ਨੂੰ ਰੈਵਨਿਊ ਦਾ ਕ੍ਰਾਈਟੇਰੀਆ ਮੀਟ ਨਹੀਂ ਹੋਣਾ ਤਾਂ ਫਿਰ ਪ੍ਰੋਬਲਮ ਆਣੀ ਹੈ ਉਹਦੇ ਵਿੱਚ ਜੀ। I will suggest ਕਿ ਅਗਰ ਜਿਨ੍ਹਾਂ ਨੇ ਜਿਨ੍ਹਾਂ ਦੀ ਆਲਰੇਡੀ ਰੈਵਨਿਊ ਜਿਹੜੀ ਹੈ 70% ਦੀ ਡ੍ਰੌਪ ਤੋਂ ਮਿਟ ਨਹੀਂ ਕਰਦੀ ਕ੍ਰਾਈਟੇਰੀਆ ਨੂੰ, ਤੇ ਉਹ ਡੈਫੀਨੇਟਲੀ ਇਸ ਸਬਸਿਡੀ ਨੂੰ ਨਾ ਕਲੇਮ ਕਰਨ, ਕਿਉਂਕਿ ਜਦੋਂ ਬਾਅਦ ਚੋਂ ਫਿਰ ਉਹ ਆਡਿਟ ਆਣੀ ਹੈ ਤੇ ਉਹਨਾਂ ਨੂੰ ਫਿਰ ਦਿੱਕਤ ਹੋਣੀ ਹੈ, ਫਾਲਤੂ ਵਿੱਚ ਉਹਨਾਂ ਦਾ ਟਾਈਮ ਜਿਹੜਾ ਹੈਗਾ ਉਹ ਵੇਸਟ ਹੀ ਹੋਣਾ ਉਹਦੇ ਵਿੱਚ ਜੀ। Alright, thank you so much, Grover Saab. 905-247-0193 ਇਹਨਾਂ ਨੰਬਰ ਹੈ 9052470193 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਅਗਰ ਕੋਈ ਵੀ ਕਾਊਂਟਿੰਗ ਦੀ ਹੈਲਪ ਦੀ ਜ਼ਰੂਰਤ ਹੈ। ਗਰੋਵਰ ਸਾਹਿਬ ਕੁਝ ਹੋਰ ਕਹਿਣਾ ਚਾਹੋ? ਨਹੀਂ ਬਸ ਥੈਂਕ ਯੂ ਵੈਰੀ ਮਚ ਜਗਦੀਸ਼ ਜੀ। ਬਾਕੀ ਇਸ ਤੋਂ ਇਲਾਵਾ ਮੈਂ ਇਹੀ ਕਹਾਂਗਾ ਜੀ, ਅੱਛਾ ਮੈਂ ਇੱਕ ਚੀਜ਼ ਹੋਰ ਲਾਸਟ ਵਿੱਚ ਮੈਂਸ਼ਨ ਕਰਾਂਗੀ, ਇਸ ਟਾਈਮ ਦੇ ਉੱਤੇ ਕਾਫੀ ਸਾਰੇ ਫਰਾਡਲੈਂਟ ਕਾਲ ਵੀ ਆ ਰਹੇ ਹੈ ਜੀ ਸੀਆਰਏ ਦੇ ਨਾਮ ਦੇ ਉੱਤੇ। ਜੀ 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 ਕਿ ਵੀ ਤੁਹਾਡੀ ਜਿਹੜੀ ਹੈ ਤੁਹਾਡਾ ਅਰੈਸਟ ਵਾਰੰਟ ਨਿਕਲ ਗਿਆ ਹੈਗਾ, ਤੁਸੀਂ ਇਹ ਕਲੇਮ ਕੀਤਾ ਉਸ ਟਾਈਪ ਦਾ, ਤਾਂ ਬੀ ਅਵੇਅਰ ਅਬਾਊਟ ਦਿਸ ਥਿੰਗ ਕਿ ਤੁਹਾਨੂੰ ਜਿਹੜੀ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਸੀਆਰਏ ਜਾਂ ਕੋਈ ਵੀ ਐਸੀ ਸਰਵਿਸ ਕੈਨੇਡਾ ਜਿਹੜੀ ਹੈਗੀ ਹੈ ਉਹ ਤੁਹਾਨੂੰ ਕਾਲ ਕਰਕੇ ਅਰੈਸਟ ਵਾਰੰਟ ਤੁਹਾਡਾ ਨਹੀਂ ਉਹ ਦੱਸੇਗੀ ਤੁਹਾਨੂੰ। ਔਰ ਇੱਕ ਈਮੇਲ ਵੀ ਆਉਂਦੀ ਹੈ ਬੈਂਕਾਂ ਦੇ ਵੱਲੋਂ, ਵੀ ਬਹੁਤ ਉਹਨਾਂ ਦੀ ਵੀ ਵਧੀ ਹੋਈ ਹੈ, ਉਹ ਵੀ ਤੁਸੀਂ ਆਪਣੀ ਬੈਂਕ ਦੇ ਨਾਲ ਗੱਲਬਾਤ ਕਰਨੀ ਹੈ ਸਿੱਧਾ ਫੋਨ ਕਰਕੇ, ਤੇ ਅਗਰ ਕੋਈ ਇੱਦਾਂ ਦੀ ਤੁਹਾਨੂੰ ਈਮੇਲ ਸ਼ੱਕੀ ਲੱਗਦੀ ਹੈ ਕਿ ਜਿਹੜੀ ਤੁਹਾਡੀ ਬੈਂਕ ਇਨਫੋਰਮੇਸ਼ਨ ਪੁੱਛਦੇ ਨੇ, ਉਹ ਵੀ ਬਹੁਤ ਈਮੇਲਾਂ ਜਿਹੜੀਆਂ ਵਧੀਆਂ ਹੋਈਆਂ ਨੇ। ਦੇਖੋ ਜਦੋਂ ਵੀ ਕਦੀ ਵੀ ਇਸ ਤਰ੍ਹਾਂ ਦੀ ਅਗਰ ਕੋਈ ਈਮੇਲ ਆਉਂਦੀ ਹੈ, ਸਭ ਤੋਂ ਪਹਿਲਾ ਕੰਮ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸੈਂਡਰ ਦੀ ਜਿਹੜੀ ਈਮੇਲ ਦੀ ਆਈਡੀ ਦਾ ਐਡਰੈਸ ਹੁੰਦਾ ਨਾ ਉਹਨੂੰ ਚੈੱਕ ਕਰ ਲਓ, ਕਿਉਂਕਿ ਉੱਥੇ ਤੁਸੀਂ ਦੇਖੋਗੇ ਸਾਰੀ ਗੜਬੜ ਤੁਹਾਨੂੰ ਉੱਥੋਂ ਪਤਾ ਲੱਗ ਜਾਣੀ ਹੈ ਕਿ ਜਿਹੜੇ ਆਈਡੀ ਜਿਨ੍ਹਾਂ ਨੇ ਈਮੇਲ ਭੇਜੀ ਹੋਈ ਹੈ ਉਹਨਾਂ ਦੀ ਜਿਹੜੀ ਆਈਡੀ ਹੋਏਗੀ ਉਹ ਬੜੀ ਡਿਫਰੈਂਟ ਜੀ ਹੋਏਗੀ, ਤੁਸੀਂ ਦੇਖਣਾ ਬੜੀ ਲੰਬੀ ਜੀ ਔਰ ਡਿਫਰੈਂਟ, ਉੱਥੋਂ ਦੀ ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਫਰਾਡਲੈਂਟ ਈਮੇਲ ਹੈਗੀ ਹੈ ਜੀ। ਬੜੀ ਮਿਹਰਬਾਨੀ ਗਰੋਵਰ ਸਾਹਿਬ, ਥੈਂਕ ਯੂ ਵੈਰੀ ਮਚ।